ਸਾਡੇ ਮੁਲਕ ਦੇ ਵਿੱਚ ਜਾਂ ਜਿਤਨੇ ਵੀ ਬਰ ਸਗੀਰ ਜਿਹਨੂੰ ਤੁਸੀਂ ਕਹੋ, ਤਿੰਨ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਬੰਦਾ ਹਮੇਸ਼ਾ ਇਨਡਿਸਾਈਸਿਵ ਰਹਿੰਦਾ ਹੈ, ਡਬਲ ਮਾਈਂਡਡ ਰਹਿੰਦਾ ਹੈ, ਫੈਸਲਾ ਨਹੀਂ ਕਰ ਪਾਉਂਦਾ। ਔਰ ਉਹਦੀ ਵਜ੍ਹਾ ਤੋਂ ਨਾ ਸਾਡੀ ਫੈਮਲੀਜ਼ ਮੁਤਾਸਰ ਹੁੰਦੀਆਂ ਨੇ ਮੁਆਸ਼ਰਤੀ ਤੌਰ 'ਤੇ ਔਰ ਮੁਆਸ਼ੀ ਤੌਰ 'ਤੇ, ਬਲਕਿ ਚੂँਕਿ ਇਹ ਅਫਰਾਦ ਨੇ ਹੀ ਤਸ਼ਕੀਲ ਦੇਣਾ ਹੁੰਦਾ ਮੁਆਸ਼ਰਾ, ਤੇ ਅਲਟੀਮੇਟਲੀ ਮੁਆਸ਼ਰਾ ਅਗਰ ਸਹੀ ਨਹੀਂ ਤਸ਼ਕੀਲ ਪਾਇਆ, ਕੋਈ ਪ੍ਰੋਡਕਟਿਵ ਜਾਂ ਇੰਪੈਕਟਫੁਲ ਕੰਮ ਅਗਰ ਉਹਦੇ ਅਫਰਾਦ ਸੁਸਾਇਟੀ ਦੇ ਨਹੀਂ ਕਰ ਰਹੇ, ਇਹਦਾ ਮਤਲਬ ਇਹ ਹੈਗਾ ਕਿ ਉਹ ਡੈਫੀਨੇਟਲੀ ਕਿ ਉਹਨੂੰ ਮੁਲਕ ਦੀ ਜਿਹੜੀ ਮੁਆਸ਼ਰਤੀ ਮੁਆਸ਼ੀ ਸੂਰਤ ਹਾਲ ਹੈ ਉਹਦੇ ਨਾਲ ਇੰਪੈਕਟ ਹੋਏਗੀ। ਹੁਣ ਪਹਿਲੀ ਗੱਲ ਇਹ ਕਿ ਤਿੰਨ ਚੀਜ਼ਾਂ ਕਿਹੜੀਆਂ ਨੇ। ਸਭ ਤੋਂ ਪਹਿਲੀ ਗੱਲ, ਚੂँਕਿ ਸਾਡਾ ਇੱਕ ਇਸਲਾਮੀ ਮੁਲਕ ਹੈ, ਯਾਨੀ ਉਹਦੀ ਬੇਸ਼ਤਰ ਪਾਪੂਲੇਸ਼ਨ ਜਿਹੜੀ ਹੈ ਮੁਸਲਮਾਨਾਂ ਦੀ ਹੈ, ਦੀਨੀ ਲਿਹਾਜ਼ ਨਾਲ ਅਸੀਂ ਵੀ ਔਰ ਅੱਗੋਂ ਸਾਡੇ ਜਿਹੜੇ ਬੱਚੇ ਵੀ ਪੈਦਾ ਹੋ ਰਹੇ ਨੇ, ਆਉਣ ਵਾਲੀਆਂ ਨਸਲਾਂ ਜਿਹੜੀਆਂ ਚੱਲ ਰਹੀਆਂ ਨੇ ਸਾਡੀਆਂ, ਇਹਨਾਂ ਨੂੰ ਬਹੁਤ ਤਜ਼ਬਜ਼ਬ ਹੈ। ਇਹਨਾਂ ਦੇ ਜ਼ਿਹਨ ਦੇ ਵਿੱਚ ਬੇਸ਼ੁਮਾਰ ਸਵਾਲ ਨੇ ਜਿਨ੍ਹਾਂ ਦਾ ਕੋਈ ਤਸੱਲੀ ਬਖਸ਼ ਜਵਾਬ ਜਿਹੜਾ ਹੈ ਉਹ ਮੌਜੂਦ ਨਹੀਂ ਹੈ। ਔਰ ਮੌਜੂਦ ਕਿਉਂ ਨਹੀਂ, ਇਹਨਾਂ ਨੂੰ ਡਬਲ ਮਾਈਂਡਡ ਕੌਣ ਕਰਦਾ ਹੈ? ਉਹਦੇ ਜ਼ਿੰਮੇਦਾਰ ਸਭ ਤੋਂ ਪਹਿਲੇ ਪੇਰੈਂਟਸ ਨੇ, ਜਿਹੜੇ ਕਿ ਬੁਨਿਆਦੀ ਤੌਰ 'ਤੇ ਇਨਫੋਰਮਲ ਸਕੂਲ ਹੈ ਇਹਨਾਂ ਬੱਚਿਆਂ ਵਾਸਤੇ। ਜਿਵੇਂ ਜਿਵੇਂ ਇਹਨਾਂ ਦੀ ਗਰੋਥ ਹੁੰਦੀ ਹੈ, ਜਿਵੇਂ ਜਿਵੇਂ ਇਹ ਗਰੋ ਕਰਦੇ ਨੇ, ਤਿਵੇਂ ਤਿਵੇਂ ਇਹਨਾਂ ਦੀ ਜਿਹੜੀ ਆਬਜ਼ਰਵੇਸ਼ਨ ਹੈ ਉਹ ਇਹਨਾਂ ਨੂੰ ਸਿਖਾਉਂਦੀ ਹੈ। ਔਰ ਉਹ ਮੁਸ਼ਾਹਦੇ ਦੀ ਬੁਨਿਆਦ 'ਤੇ ਜਿਵੇਂ ਜਿਵੇਂ ਸਿੱਖਦੇ ਨੇ ਜਾਂ ਆਪਣੇ ਕੰਨਾਂ ਦੇ ਨਾਲ ਉਹ ਸੁਣਦੇ ਨੇ ਕੋਈ ਚੀਜ਼, ਤੇ ਉਹਨਾਂ ਨੂੰ ਅੰਦਾਜ਼ਾ ਹੁੰਦਾ ਇਸ ਗੱਲ ਦਾ ਕਿ ਇਹ ਚੀਜ਼ ਗਲਤ ਹੈ, ਇਹ ਸਹੀ ਹੈ, ਇਹ ਜਵਾਬ ਮੈਨੂੰ ਮਿਲ ਰਿਹਾ, ਇਹ ਨਹੀਂ ਮਿਲ ਰਿਹਾ। ਉਹ ਬੁਨਿਆਦੀ ਅਮਾਲ ਤੋਂ ਲੈ ਕੇ ਉਹ ਜ਼ਿੰਦਗੀ ਦੇ ਉੱਤੇ ਅਸਰ ਅੰਦਾਜ਼ ਹੋਣ ਵਾਲੇ ਬਹੁਤ ਸਾਰੇ ਫੈਸਲੇ ਨੇ ਜਿਨ੍ਹਾਂ ਦੇ ਬਾਰੇ ਡਬਲ ਮਾਈਂਡਡ ਰਹਿੰਦੇ ਨੇ। ਹੁਣ ਵਾਲਦੈਨ ਉਹਨਾਂ ਦੇ ਪਹਿਲੇ ਜ਼ਿੰਮੇਦਾਰ ਨੇ ਇਹਨਾਂ ਨੂੰ ਡਬਲ ਮਾਈਂਡਡ ਕਰਨ ਦੇ, ਕਿਉਂਕਿ ਉਹ ਤਰਬੀਅਤ ਮੁਹੱਈਆ ਨਹੀਂ ਕਰਦੇ, ਤਾਲੀਮ ਮੁਹੱਈਆ ਨਹੀਂ ਕਰਦੇ। ਉਹ ਸੁੱਟ ਦਿੰਦੇ ਨੇ ਇਸ ਗੱਲ ਨੂੰ ਕਿ ਜ਼ਿੰਮੇਦਾਰੀ ਦੀਨੀ ਕਿਆਦਤ ਦੀ ਹੈ, ਉਲਮਾ ਦੀ ਹੈ, ਮਸਾਜਿਦ ਦੀ ਹੈ, ਇਮਾਮੈਨ ਦੀ ਹੈ। ਅਤੇ ਜਦੋਂ ਇਹ ਜ਼ਿੰਮੇਦਾਰੀ ਉਹ ਇਹਨਾਂ ਤਬਕਿਆਂ 'ਤੇ ਛੱਡ ਦਿੰਦੇ ਨੇ, ਉਹਦਾ ਅਸਰ ਇਹ ਹੁੰਦਾ ਹੈ ਕਿ ਇਹਨਾਂ ਨੇ ਇੱਕ ਘਰ 'ਚ ਜੰਮਣ ਵਾਲਾ ਬੱਚਾ ਜਿਹੜਾ ਆਪਣੇ ਘਰ ਦੇ ਚਾਰ ਚੁਫੇਰੇ ਮਸਾਜਿਦ 'ਚ ਲਾਊਡ ਸਪੀਕਰ ਹੁੰਦੇ ਨੇ, ਜਾਂ ਉਹ ਜਿੱਥੇ ਕੁਰਾਨ ਪੜ੍ਹਨ ਜਾਂਦੇ ਨੇ, ਉਹਦਾ ਕਿਸੇ ਨਾ ਕਿਸੇ ਮਸਲਕ ਨਾਲ ਤਾਲੁਕ ਹੁੰਦਾ ਹੈ, ਉਸ ਮਸਜਿਦ ਦਾ, ਉਸ ਮਦਰਸੇ ਦਾ। ਔਰ ਉੱਥੇ ਤਾਰਫ ਉਹਨਾਂ ਦਾ ਬਤੌਰ ਮੁਸਲਮਾਨ ਘੱਟ ਹੁੰਦਾ, ਬਤੌਰ ਉਸ ਮਸਲਕ ਦੇ ਨਾਮ ਦੇ ਨਾਲ ਉਹ ਤਾਰਫ ਬੱਚੇ ਸਮਝਣ ਲੱਗ ਪੈਂਦੇ ਨੇ। ਯਾਨੀ ਮੁਸਲਮਾਨ ਪਿੱਛੇ ਪਸ ਮੰਜ਼ਰ ਵਿੱਚ ਚਲਾ ਜਾਂਦਾ ਹੈ। ਅਹਿਲ ਹਦੀਸ, ਦਿਓਬੰਦੀ, ਬਰੇਲਵੀ, ਅਹਿਲ ਤਸ਼ੀਅ, ਇਹੋ ਜਿਹੇ ਮਸਾਲਕ ਦੇ ਨਾਂ ਤੋਂ ਇਹਨਾਂ ਨੂੰ ਤਾਰਫ ਮਿਲਦਾ ਹੈ। ਔਰ ਉਹਦੇ ਨਾਲੋਂ ਹਮੇਸ਼ਾ ਡਬਲ ਮਾਈਂਡਡ ਰਹਿੰਦੇ ਨੇ। ਔਰ ਅਗਰ ਘਰ ਦੇ ਵਿੱਚ ਪ੍ਰੋਪਰ ਗਾਈਡੈਂਸ ਮੌਜੂਦ ਹੋਵੇ, ਔਰ ਅਗਰ ਪੇਰੈਂਟਸ ਸ਼ਊਰੀ ਤੌਰ 'ਤੇ ਖੁਦ ਮੁਸਲਮਾਨ ਹੋਣ ਔਰ ਆਪਣੇ ਬੱਚਿਆਂ ਨੂੰ ਵੀ ਸ਼ਊਰੀ ਤੌਰ 'ਤੇ, ਦੁਬਾਰਾ ਮੈਂ ਅਰਜ਼ ਕਰਨਾ ਕਿ ਖੁਦ ਵੀ ਸ਼ਊਰੀ ਤੌਰ 'ਤੇ ਮੁਸਲਮਾਨ ਹੋਣ ਔਰ ਆਪਣੇ ਬੱਚਿਆਂ ਨੂੰ ਵੀ ਸ਼ਊਰੀ ਤੌਰ 'ਤੇ ਮੁਸਲਮਾਨ ਬਣਾਉਣ, ਕਿ ਇਹ ਵਿਰਾਸਤੀ ਕੰਮ ਨਹੀਂ ਹੈ ਕਿ ਮੇਰਾ ਦਾਦਾ ਜਾਂ ਪੜਦਾਦਾ ਜਾਂ ਮੇਰੇ ਵਾਲਿਦ ਮੁਹਤਰਮ ਇਹ ਜਿਹੜੇ ਨੇ, ਇਹ ਜਿਹੜੇ ਮਸਲਕ 'ਚ ਪੈਦਾ ਹੋਏ, ਅੱਗੋਂ ਮੇਰਾ ਮਸਲਕ ਵੀ ਉਹ ਹੈ।
ਔਰ ਜਿਸ ਵੇਲੇ ਤੁਸੀਂ ਇਹ ਗੱਲ ਕਰ ਲੈਂਦੇ ਹੋ ਤਾਂ ਤੁਹਾਨੂੰ ਤਾਰਫ ਮਿਲ ਜਾਂਦਾ ਮੁਸਲਮਾਨ ਦੇ ਨਾਮ ਦਾ। ਅਤੇ ਮੁਸਲਮਾਨ ਦੇ ਨਾਮ ਦੇ ਤਾਰਫ ਦਾ ਮਤਲਬ ਇਹ ਹੈ ਕਿ ਤੁਸੀਂ ਅੱਲਾ ਔਰ ਅੱਲਾ ਦੇ ਰਸੂਲ ਨਾਲ ਜੁੜ ਜਾਂਦੇ ਹੋ। ਔਰ ਅੱਲਾ ਔਰ ਅੱਲਾ ਦੇ ਰਸੂਲ ਨਾਲ ਜੁੜ ਜਾਣ ਦਾ ਮਤਲਬ ਹੈ ਕਿ ਤੁਸੀਂ ਜਿਹੜਾ ਦਰਖਤ ਦਾ ਤਣਾ ਹੈ ਨਾ, ਤੁਸੀਂ ਉਹਦੇ ਨਾਲ ਜੁੜ ਜਾਂਦੇ ਹੋ, ਜਾਂ ਜਿਹੜੇ ਕੋਈ 1 2 3 4 ਟਹਿਣੇ ਨੇ ਉਹਨਾਂ ਨਾਲ ਜੁੜ ਜਾਂਦੇ ਹੋ। ਚੇ ਜਾਏ ਕਿ ਤੁਸੀਂ ਅੱਗੋਂ ਸ਼ਾਖਾਂ ਤੱਕ ਜਿਹੜੀਆਂ ਨੇ ਉਹਨਾਂ ਨੂੰ ਫੋਲੋ ਕਰਨ ਲੱਗ ਪਓ। ਅਕਾਬਰੀਨ ਜਿਹੜੇ ਨੇ, ਦੀਨੀ ਕਿਆਦਤ ਜਿਹੜੀ ਹੈ, ਉਲਮਾਏ ਕਰਾਮ ਜਿਹੜੇ ਨੇ, ਉਹ ਭਾਵੇਂ ਕਿਸੇ ਵੀ ਮਸਲਕ ਤੋਂ ਨੇ, ਉਹ ਕਿਸੇ ਵੀ ਇਮਾਮ ਨੂੰ ਮੰਨਣ ਵਾਲੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਸਾਡੇ ਵਾਸਤੇ ਜਿਹੜੇ ਇਮਾਮਾਨ ਨੇ ਜਾਂ ਅਕਾਬਰੀਨ ਨੇ ਮੁਖਤਲਿਫ ਮਸਾਲਿਕ ਦੇ, ਇਹ ਬਹੁਤ ਕਾਬਲੇ ਕਦਰ ਨੇ, ਬਹੁਤ ਇੱਜ਼ਤ ਵਾਲੇ ਨੇ। ਲੇਕਿਨ ਅਸੀਂ ਉਦੋਂ ਆਪਣਾ ਨੁਕਸਾਨ ਕਰ ਬਹਿੰਦੇ ਹਾਂ, ਆਪਣੇ ਬੱਚਿਆਂ ਦਾ ਔਰ ਆਪਣਾ, ਜਦੋਂ ਅਸੀਂ ਸ਼ਊਰੀ ਤੌਰ 'ਤੇ ਮੁਸਲਮਾਨ ਨਾ ਖੁਦ ਹੁੰਦੇ ਹਾਂ, ਨਾ ਅਸੀਂ ਆਪਣੇ ਬੱਚਿਆਂ ਨੂੰ ਕਰਨੇ ਹਾਂ। ਹੁਣ ਸ਼ਊਰੀ ਤੌਰ 'ਤੇ ਮੁਸਲਮਾਨ ਹੋਣ ਵਾਸਤੇ ਦੀਨ-ਏ ਇਸਲਾਮ ਦੇ ਜਿਹੜੇ ਬੁਨਿਆਦੀ ਅਕਾਇਦ ਨੇ, ਜਿਹਨੂੰ ਕਹਿੰਦੇ ਨੇ ਕਿ ਅੱਲਾਹ ਤਾਲਾ ਦੀ ਰੱਸੀ ਨੂੰ ਮਜ਼ਬੂਤੀ ਨਾਲ ਫੜੋ, ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਅੱਲਾ ਔਰ ਅੱਲਾ ਦੇ ਰਸੂਲ, ਕੁਰਾਨ, ਹਦੀਸ ਅਤੇ ਉਸਵਾ ਹਸਨਾ, ਇਹਨਾਂ ਤਿੰਨਾਂ ਚੀਜ਼ਾਂ 'ਤੇ ਜਿੰਨੀ ਤਹਿਕੀਕ ਮੈਕਸੀਮਮ ਕਰ ਸਕਦੇ ਹੋ ਕਰ ਲਓ। ਔਰ ਇਹ ਜ਼ਰੂਰੀ ਨਾ ਸਮਝੋ ਕਿ ਤੁਸੀਂ ਆਪਣੇ ਵਾਲਦੈਨ ਨੇ ਜੋ ਕਿਹਾ ਉਹੋ ਹੀ ਠੀਕ ਹੈ, ਤੁਸੀਂ ਖੁਦ ਵੀ ਤਹਿਕੀਕ ਕਰ ਸਕਦੇ ਹੋ। ਔਰ ਦੀਨ ਇਸਲਾਮ ਦਾ ਜਿਹੜਾ ਬੁਨਿਆਦੀ ਤਨ ਹੈ ਨਾ ਦਰਖਤ ਦਾ, ਉਹ ਤੁਹਾਨੂੰ ਕੁਰਾਨ, ਹਦੀਸ ਔਰ ਉਸਵਾ ਹਸਨਾ ਤੋਂ ਹੀ ਮਿਲਦਾ ਹੈ। ਜਦੋਂ ਤੁਸੀਂ ਇਮਾਮੈਨ 'ਤੇ ਵੀ ਆ ਜਾਂਦੇ ਹੋ ਨਾ, ਅਤੇ ਇਮਾਮੈਨ ਵੀ ਸਾਡੇ ਵਾਸਤੇ ਬਹੁਤ ਬੜਾ ਇੱਕ ਇਨਾਮ ਹੈ ਅੱਲਾ ਵੱਲੋਂ, ਕਿ ਉਹਨਾਂ ਨੇ ਬੜੀਆਂ ਹੀ ਖਿਦਮਾਤ ਕੀਤੀਆਂ ਨੇ ਇਸਲਾਮ ਦੀਆਂ, ਉਹਨਾਂ ਦੀ ਬੜੀ ਤਸਾਨੀਫ ਨੇ, ਉਹਨਾਂ ਦੀ ਬੜੀ ਤਸ਼ਰੀਹਾਤ ਨੇ। ਉਹ ਸਾਰੇ ਸਾਡੇ ਵਾਸਤੇ ਰਾਹਬਰ ਨੇ, ਰਹਿਨੁਮਾ ਨੇ, ਕਾਬਲੇ ਕਦਰ ਨੇ, ਕਾਬਲੇ ਇੱਜ਼ਤ ਨੇ। ਚਲੋ ਫਿਰ ਜ਼ਰੂਰੀ ਨਹੀਂ ਹੈ, ਜਿਹੜੇ ਕੁਛ ਦੋਸਤ ਕਹਿੰਦੇ ਨੇ ਮੁਕੱਲਦ ਅਤੇ ਗੈਰ ਮੁਕੱਲਦ ਦੀ ਗੱਲ ਕਰਦੇ ਨੇ, ਠੀਕ ਹੈ, ਉਹਨਾਂ ਦਾ ਨੁਕਤਾ ਨਜ਼ਰ ਹੈ ਕਿਸੇ ਇੱਕ ਇਮਾਮ ਨੂੰ ਫੋਲੋ ਕਰਨਾ, ਉਹਨੂੰ ਕਰ ਲੈਣ। ਮੇਰਾ ਨੁਕਤਾ ਨਜ਼ਰ ਇਹ ਆ ਕਿ ਹਿਕਮਤ ਦੇ ਮੋਤੀ ਜਿੱਥੋਂ ਲੱਭ ਜਾਣ, ਸਾਡੇ ਇਮਾਮੈਨ ਤੋਂ ਲੱਭ ਜਾਣ, ਇਸ ਤੋਂ ਪਹਿਲੋਂ ਕੁਰਾਨ 'ਤੇ ਦਿੱਤੇ ਹੋਏ ਵਾਕਿਆਤ ਤੋਂ ਲੱਭ ਜਾਣ, ਜਿੱਥੋਂ ਵੀ ਲੱਭ ਜਾਣ, ਇਹਨਾਂ ਤੋਂ ਸਿੱਖਣਾ ਚਾਹੀਦਾ। ਸਿੱਖ ਕੇ ਤੇ ਫੈਸਲਾ ਕਰਨਾ ਚਾਹੀਦਾ ਕਿ ਮੈਂ ਕਿਹੜੀ ਆਪਣੇ ਵਾਸਤੇ ਦੀਨ ਦੇ ਬਿਹਤਰ ਬਣਾਉਣ ਲਈ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਅਮਾਲ ਦੇ ਕਰੀਬ ਤਰੀਨ ਹੋਣ ਵਾਸਤੇ ਮੇਰਾ ਕਿਹੜਾ ਰਸਤਾ ਹੈ। ਅਤੇ ਜਦੋਂ ਉਸ ਰਸਤੇ 'ਤੇ ਲੱਗ ਜਾਓ, ਉਹ ਡਿਸਾਈਸਿਵ ਹੋ ਜਾਵੋ, ਡਬਲ ਮਾਈਂਡਡ ਨਾ ਰਹੋ। ਕਿਉਂਕਿ ਡਬਲ ਮਾਈਂਡਡ ਤੁਹਾਡੇ ਈਮਾਨ ਦੀ ਪੁਖਤਗੀ, ਤੁਹਾਡੇ ਅਕੀਦੇ ਦੀ ਪੁਖਤਗੀ ਨੂੰ ਇੰਝ ਹੀ ਖਾ ਜਾਂਦੀ ਜਿਵੇਂ ਘੁਣ ਲੱਕੜੀ ਨੂੰ ਖਾ ਜਾਂਦਾ। ਇਸ ਵਾਸਤੇ ਦੀਨੀ ਤੌਰ 'ਤੇ ਡਬਲ ਮਾਈਂਡਡ ਹੋਣ ਤੋਂ ਬਚਣ ਲਈ ਆਪਣੀ ਰਜੂਅ ਅੱਲਾ ਦੇ ਕੁਰਾਨ, ਨਬੀ ਦੇ ਉਸਵਾ ਹਸਨਾ ਔਰ ਹਦੀਸ ਜਿਹੜੀ ਮੁਤਫਕ ਅਲੈਹ ਨੇ, ਉਹਨਾਂ ਦੇ ਉੱਤੋਂ ਵੀ ਅਗਰ ਕੁਰਾਨ ਦੇ ਨਾਲ ਉਹਨਾਂ ਦੀ ਕੋਈ ਐਂਡੋਰਸਮੈਂਟ ਹੋ ਜਾਏ ਤੇ ਆਲਾ ਤਰੀਨ ਉਹ ਕੰਮ ਹੈ। ਕਿਉਂਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਮੁਅੱਲਮ ਨੇ ਸਾਡੇ, ਔਰ ਉਹਨਾਂ ਦੀ ਜ਼ੁਬਾਨ 'ਚੋਂ ਕੁਰਾਨ ਤੋਂ ਇਲਾਵਾ, ਅੱਲਾ ਦੀ ਹਦਾਇਤ ਤੋਂ ਇਲਾਵਾ ਕੋਈ ਲਫ਼ਜ਼ ਨਿਕਲ ਸਕਦਾ ਹੀ ਨਹੀਂ।
ਹਾਂ, ਸਾਡੇ ਤੱਕ ਪਹੁੰਚਦਿਆਂ ਕਈ 100 ਸਾਲ ਹੋ ਗਏ ਨੇ। ਕੋਈ ਗਲਤ ਇਨਫੋਰਮੇਸ਼ਨ ਰਿਪੋਰਟ ਹੋ ਸਕਦੀ ਹੈ, ਜਿਨ੍ਹਾਂ ਨੂੰ ਕਿ ਉਲਮਾਏ ਕਰਾਮ ਨੇ ਕੋਈ ਜ਼ਈਫ ਹਦੀਸ ਦਾ ਨਾਂ ਦਿੱਤਾ ਹੈ, ਲੇਕਿਨ ਉਹਨੂੰ ਵਜ੍ਹਾ ਇਖਤਲਾਫ ਨਹੀਂ ਬਣਾਉਣਾ ਚਾਹੀਦਾ ਇਸ ਹੱਦ ਤੱਕ ਕਿ ਅਸੀਂ ਦੀਨ ਮੁਹੰਮਦੀ ਨੂੰ ਛੱਡ ਕੇ ਆਪਣੇ ਆਪ ਨੂੰ ਦਿਓਬੰਦੀ, ਅਹਿਲ ਹਦੀਸ, ਅਹਿਲ ਸੁन्नत, ਬਰੇਲਵੀ, ਅਹਿਲ ਤਸ਼ੀਅ ਵਗੈਰਾ ਕਰਾਰ ਦੇਣਾ ਸ਼ੁਰੂ ਕਰ ਦਈਏ। ਇਹ ਨਾਮ ਰੱਖਣਾ ਨਾਮਨਾਸਬ ਹੈ, ਔਰ ਇਹੋ ਹੀ ਤਰੀਕਾ ਹੈ ਕਿ ਅਸੀਂ ਅੱਲਾ ਦੀ ਰੱਸੀ ਨੂੰ ਤੋੜ ਕੇ ਛੋਟਿਆਂ ਕਰਕੇ ਇੰਤਸ਼ਾਰ ਦਾ ਸ਼ਿਕਾਰ ਹੋ ਗਏ। ਪਹਿਲੀ ਡਬਲ ਮਾਈਂਡਡਨੈਸ ਦੀਨ ਦੇ ਹਵਾਲੇ ਨਾਲ, ਦੂਸਰੀ ਸਾਡੀ ਕੌਮ ਦੇ ਵਿੱਚ ਬਚਪਨ ਤੋਂ ਲੈ ਕੇ ਰਿਟਾਇਰ ਹੋਣ ਤੱਕ, ਬੁੱਢੇ ਹੋਣ ਤੱਕ ਕੈਰੀਅਰ ਦੇ ਬਾਰੇ 'ਚ ਕਿ ਕਿਹੜਾ ਕੈਰੀਅਰ ਅਸੀਂ ਆਪਣੇ ਬੱਚੇ ਵਾਸਤੇ ਉਹਦਾ ਇੰਤਖਾਬ ਕਰਨਾ ਜਾਂ ਬੱਚੇ ਨੇ ਆਪ ਕਰਨਾ, ਔਰ ਕਿਆ ਅਸੀਂ ਆਪਣੇ ਵਿਸ਼ਜ਼ ਦੇ ਮੁਤਾਬਕ ਬੱਚੇ ਨੂੰ ਕੈਰੀਅਰ ਵਾਸਤੇ ਪਾਸੇ ਲਾਉਣਾ ਕਿਸੇ, ਜਾਂ ਉਹਨੂੰ ਇਸ ਪਾਸੇ ਲਾਉਣਾ ਕਿ ਜਿੱਧਰ ਉਹਦਾ ਦਿਲ ਕਰਦਾ, ਜਿਹੜੀ ਜਗ੍ਹਾ 'ਤੇ ਅੱਲਾਹ ਤਾਲਾ ਨੇ ਜਿਹੜਾ ਉਹਦਾ ਸਟਰਕਚਰ ਬਣਾਇਆ, ਉਹਦੀ ਜ਼ਿਹਨੀ ਕੈਫੀਅਤ ਜਿਹੜੀ ਬਣਾਈ ਹੈ, ਉਹਦੀ ਜਿਹੜੀ ਕਾਬਲੀਅਤ ਬਣਾਈ ਹੈ, ਜਿਹੜਾ ਐਪਟੀਚਿਊਡ ਬਣਾਇਆ ਹੈ, ਕਿ ਉਸ ਪਾਸੇ ਲਾਉਣਾ। ਬੇਲਮੂਮ ਅਸੀਂ ਆਪਣੀ ਖਾਹਿਸ਼ਾਤ ਦੀ ਤਕਮੀਲ ਵਾਸਤੇ ਬੱਚਿਆਂ ਦੇ ਐਪਟੀਚਿਊਡ ਦੇ ਅਗੇਂਸਟ ਜਾ ਕੇ ਅਸੀਂ ਉਹਨਾਂ ਨੂੰ ਉਹਨਾਂ ਦੇ ਪ੍ਰੋਫੈਸ਼ਨ ਦੇ ਇੰਤਖਾਬ ਦਾ ਸੁਜੈਸਟ ਕਰਨੇ ਹਾਂ, ਅਤੇ ਸਾਰੀ ਜ਼ਿੰਦਗੀ ਉਸ ਡਿਸਿਪਲਨ ਦੇ ਵਿੱਚ ਉਹ ਡਿਗਰੀ ਵੀ ਲੈ ਲੈਂਦਾ, ਕੋਈ ਮਾੜੀ ਚੰਗੀ ਸਕਿੱਲ ਵੀ ਹਾਸਲ ਕਰ ਲੈਂਦਾ, ਲੇਕਿਨ ਉਸ ਪ੍ਰੋਫੈਸ਼ਨ ਜਿਹਦੇ 'ਚ ਉਹ ਹੈਗਾ ਔਰ ਜਿਹੜਾ ਉਹਦਾ ਇੰਟਰਨਲ ਚੋਇਸ, ਉਹਦਾ ਐਪਟੀਚਿਊਡ ਸੀ ਜਿਹੜਾ, ਉਹਦਾ ਆਪਸ 'ਚ ਟਕਰਾਓ ਹੈ। ਉਹ ਸਾਰੀ ਜ਼ਿੰਦਗੀ ਨੌਕਰੀ 'ਤੇ ਕਰਦਾ, ਉਹ ਐਂਟਰਪ੍ਰੇਨਿਓਰ ਨਹੀਂ ਬਣਦਾ। ਔਰ ਕਿਸੇ ਵੀ ਮੁਲਕ ਦੀ ਤਰੱਕੀ ਵਾਸਤੇ ਯੂਥ ਦੀ, ਬੱਚਿਆਂ ਦੀ ਐਜੂਕੇਸ਼ਨ ਇਹ ਮੱਦੇ-ਨਜ਼ਰ ਰੱਖ ਕੇ ਕਰਵਾਉਣਾ ਕਿ ਕੱਲ੍ਹ ਨੂੰ ਇਹ ਸਰਕਾਰੀ ਨੌਕਰੀ ਕਰੇਗਾ, ਇਹ ਸਭ ਤੋਂ ਬੜਾ ਜ਼ੁਲਮ ਔਰ ਅਲਮੀਆ ਹੈ, ਨਾ ਸਿਰਫ ਬੱਚਿਆਂ ਨਾਲ ਬਲਕਿ ਉਸ ਮੁਲਕ ਨਾਲ ਵੀ। ਉਹਦੇ ਜ਼ਿੰਮੇਦਾਰ ਵੀ ਪਲਟ ਕੇ ਆ ਜਾਓ ਤਾਂ ਫਿਰ ਪੇਰੈਂਟਸ ਨੇ, ਕਿ ਉਹ ਬੱਚਿਆਂ ਨੂੰ ਐਜੂਕੇਟ ਨਹੀਂ ਕਰਦੇ, ਉਹਨਾਂ ਦੀ ਸੁਣਦੇ ਨਹੀਂ, ਉਹਨਾਂ ਕੋਲ ਬਹਿਣ ਦਾ ਵਕਤ ਨਹੀਂ ਕਿ ਹਫ਼ਤੇ ਬਾਅਦ, 10 ਦਿਨ ਬਾਅਦ, ਮਹੀਨੇ ਬਾਅਦ ਉਹਨਾਂ ਕੋਲ ਬੈਠ ਕੇ ਸ਼ੌਰੀ ਤੌਰ 'ਤੇ ਉਹਨਾਂ ਦੇ ਐਪਟੀਚਿਊਡ 'ਤੇ ਗੱਲ ਕੀਤੀ ਜਾਵੇ। ਔਰ ਇਹੋ ਹੀ ਬਦਕਿਸਮਤੀ ਸਾਡੇ ਤਾਲੀਮੀ ਨਿਜ਼ਾਮ 'ਚ ਹੈ ਕਿ ਸਾਡੇ ਜਿਹੜੇ ਉਸਾਤਜ਼ਾ ਨੇ ਸਕੂਲਸ ਦੇ ਵਿੱਚ, ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਉਹਨਾਂ ਨੂੰ ਬਜ਼ਾਤੇ ਖੁਦ ਉਹਨਾਂ ਦੀ ਕੋਈ ਐਸੀ ਟ੍ਰੇਨਿੰਗ ਨਹੀਂ ਕਿ ਬੱਚਿਆਂ ਦੇ ਐਪਟੀਚਿਊਡ ਦੀ ਅਸੈਸਮੈਂਟ ਕਰ ਸਕਣ। ਇੱਕ ਸਿੱਧੇ ਬਣਾਏ ਟੂਲਸ ਨੇ, ਈਵਨ ਉਹਨਾਂ ਟੂਲਸ ਤੋਂ ਵੀ ਉਹ ਕੋਈ ਨਹੀਂ ਵਾਕਫ ਕਿ ਉਹਨਾਂ ਟੂਲਸ ਨੂੰ ਅਪਲਾਈ ਕਿਵੇਂ ਕਰਨਾ ਹੈ ਤਾਂ ਕਿ ਬੱਚਿਆਂ ਦਾ ਐਪਟੀਚਿਊਡ ਦਾ ਪਤਾ ਲੱਗ ਸਕੇ। ਇੱਕ ਇਹ ਕੈਰੀਅਰ ਦੇ ਹਵਾਲੇ ਨਾਲ। ਤੀਸਰਾ ਜਿਹੜਾ ਅਸੀਂ ਉੱਥੇ ਬਤੌਰ ਮੁਸਲਮਾਨ ਅਸੀਂ ਇਸ ਚੀਜ਼ ਦੇ ਕਾਇਲ ਹਾਂ ਕਿ ਅਸੀਂ ਆਪ ਸੱਲਮ ਦੀ ਸੁन्नत ਬਾਕੀ ਦੁਨੀਆ ਵਾਂਗੂ ਤੇ ਹੈ ਹੀ ਹੈ, ਲੇਕਿਨ ਉਸ ਤੋਂ ਹਟ ਕੇ ਅਸੀਂ ਇਹ ਹੈ ਕਿ ਨਿਕਾਹ ਘਰ ਕੀ ਮਜ਼ਹਬ ਵਿੱਚ ਵੀ ਹੈ। ਇਸਲਾਮ ਦੀ ਮੈਂ ਬਿਲਖਸੂਸ ਗੱਲ ਇਸ ਵਾਸਤੇ ਕਰ ਰਿਹਾ ਕਿ ਸਾਡੇ ਵਾਸਤੇ ਤਰੀਕਾ-ਏ-ਕਾਰ ਮੁਤੱਯਨ ਹੈ। ਅਸੀਂ ਸਭ ਤੋਂ ਜ਼ਿਆਦਾ ਜ਼ੁਲਮ ਇਸ ਹਵਾਲੇ ਨਾਲ ਕਰ ਰਹੇ ਹਾਂ ਕਿ ਅਸੀਂ ਆਪਣੇ ਬੱਚਿਆਂ ਦਾ ਚੋਇਸ ਨਹੀਂ ਲੈਂਦੇ ਉੱਥੇ, ਅਸੀਂ ਫਿਰ ਉੱਥੇ ਆਪਣਾ ਚੋਇਸ ਉਹਨਾਂ 'ਤੇ ਮੁਸੱਲਤ ਕਰਨ ਦੀ ਕੋਸ਼ਿਸ਼ ਕਰਨੇ। ਔਰ ਜਦੋਂ ਅਸੀਂ ਆਪਣਾ ਚੋਇਸ ਉਹਨਾਂ 'ਤੇ ਕਰਨੇ ਹਾਂ, ਜਿਹੜਾ ਕਿ ਉਹਨਾਂ ਦਾ ਸ਼ਰਈ ਹੱਕ ਹੈ ਕਿ ਉਹ ਆਪਣਾ ਜਿਹੜਾ ਸਾਥੀ ਹੈ
ਉਹਦੇ ਬਾਰੇ 'ਚ ਜਾਣਨਾ, ਉਹਦਾ ਮਜ਼ਾਜ, ਉਹਦੀ ਤਾਲੀਮ, ਉਹਦੀ ਤਰਬੀਅਤ ਕਿਸ ਕਿਸਮ ਦੀ ਹੈ, ਉਹਦਾ ਕਿਰਦਾਰ, ਉਹਨਾਂ ਦਾ ਹੱਕ ਹੈ ਜਾਣਨਾ। ਲੇਕਿਨ ਅਸੀਂ ਉਸ ਹੱਕ ਤੋਂ ਉਹਨਾਂ ਨੂੰ ਮਹਿਰੂਮ ਰੱਖਦੇ ਹਾਂ ਬਾਈ ਐਂਡ ਲਾਰਜ। ਹਾਂ, ਇਹ ਨਹੀਂ ਕਿ ਸ਼ੁਤਰੇ ਬੇਮੁਹਾਰ ਉਹਨਾਂ ਨੂੰ ਛੱਡ ਦਿੱਤਾ ਜਾਵੇ, ਲੇਕਿਨ ਬਤੌਰ ਵਾਲਦੈਨ ਤੁਹਾਡੀ ਜਿਹੜਾ ਮਸ਼ਵਰੇ ਦਾ ਅਮਲ ਹੈ ਉਹ ਹਰ ਸੂਰਤ ਦਾ ਰਹਿਣਾ ਚਾਹੀਦਾ ਹੈ। ਇਸ ਹੱਦ ਤੱਕ ਉਹਨਾਂ ਦੀ ਬੱਚਿਆਂ ਦੀ ਤਰਬੀਅਤ ਕੀਤੀ ਜਾਣੀ ਚਾਹੀਦੀ ਹੈ ਕਿ ਬੇਟੇ this is your right to choose a partner for you. Yes, ਲੇਕਿਨ being a parent ਸਾਨੂੰ ਇਹ ਹੱਕ ਹਾਸਲ ਹੈ ਕਿ ਅਸੀਂ ਮਸ਼ਵਰਾ ਦੇਣਾ, ਤੈਨੂੰ ਮਸ਼ਵਰਾ ਤੂੰ ਮੰਨਣਾ ਤੂੰ ਨਹੀਂ ਮੰਨਣਾ, this is your choice। ਤੇ ਜਿਸ ਵੇਲੇ ਅਸੀਂ ਮਸ਼ਵਰੇ ਤੋਂ ਅੱਗੇ बढ़ ਕੇ ਕੋਈ ਬਰਾਦਰੀ ਦੇ ਹਵਾਲੇ ਨਾਲ, ਕੋਈ ਇਲਾਕੇ ਦੇ ਹਵਾਲੇ ਨਾਲ, ਕੋਈ ਜ਼ੁਬਾਨ ਦੇ ਹਵਾਲੇ ਨਾਲ ਕਲਮੇ ਤੋਂ ਹਟ ਕੇ ਅਸੀਂ ਲੈ ਕੇ ਟੁਰ ਪੈਂਦੇ ਹਾਂ, ਜਾਂ ਜਿਹੜੀਆਂ ਪਰਮਿਸਿਬਿਲਿਟੀਜ਼ ਹੈ ਨੇ ਕਿ ਮੁਸਲਮਾਨ ਕਿੱਥੇ ਕਿੱਥੇ ਵਿਆਹ ਕਰ ਸਕਦਾ, ਉਹਨਾਂ ਤੋਂ ਹਟ ਕੇ ਅਸੀਂ ਜਿਸ ਵੇਲੇ ਬੱਚਿਆਂ 'ਤੇ ਇੰਪੋਜ਼ ਕਰਨੇ ਹਾਂ ਆਪਣੇ ਫੈਸਲੇ, ਅਤੇ ਉਹਦਾ ਨਤੀਜਾ ਇਹ ਨਿਕਲਦਾ ਹੈ ਕਿ ਜ਼ਿੰਦਗੀ ਸਾਰੀ ਉਹ ਨਾ ਤਾਂ ਉਹ ਫੈਸਲਾ ਮੁਸੱਲਤ ਕਰਨ ਵਾਲੇ ਨੂੰ ਭੁੱਲਦੇ ਨੇ, ਅਤੇ ਨਾ ਹੀ ਉਹਨਾਂ ਦੀ ਆਪਸ 'ਚ ਕਪਲ ਦੀ ਬਣਦੀ ਹੈ। ਔਰ ਉਹਦੇ ਨਾਲ ਜਿਹੜੇ ਮੁਆਸ਼ਰਤੀ ਮਸਾਇਲ ਜਨਮ ਲੈਂਦੇ ਨੇ ਉਹ ਇੱਥੋਂ ਤੱਕ ਚਲੇ ਜਾਂਦੇ ਨੇ ਕਿ ਡਾਈਵੋਰਸ ਰੇਟ ਦਿਨ ਬ ਦਿਨ बढ़ता ਜਾਂਦਾ ਹੈ। ਉਹਦੇ 'ਚ ਸਿਰਫ ਇਹ ਫੈਕਟਰ ਨਹੀਂ ਹੈ ਡਾਈਵੋਰਸ ਰੇਟ ਦੇ बढ़न ਦਾ, ਜਿਹੜਾ ਖਾਨਦਾਨੀ ਨਿਜ਼ਾਮ ਦੇ ਫੇਲਰ ਦਾ ਸਿਰਫ ਇਹ ਜ਼ਿੰਮੇਦਾਰ ਨਹੀਂ, ਲੇਕਿਨ ਇਹ ਇੱਕ ਫੈਕਟਰ ਬਹੁਤ ਬੜਾ ਜ਼ਿੰਮੇਦਾਰ ਹੈ। ਇਹ ਤਿੰਨੇ ਪਹਿਲੂ ਉਹਦੀ ਦੀਨ ਸਾਡੀ ਤੇ ਸਾਡੇ ਬੱਚਿਆਂ ਦੀ ਬਾਈ ਚੋਇਸ, ਕੈਰੀਅਰ ਸਾਡਾ ਤੇ ਸਾਡੇ ਬੱਚਿਆਂ ਦਾ ਬਾਈ ਚੋਇਸ, ਸ਼ਾਦੀ ਸਾਡੀ ਤੇ ਸਾਡੇ ਬੱਚਿਆਂ ਦੀ ਬਾਈ ਚੋਇਸ, ਇਹ ਐਡੇ ਤਿੰਨ ਅਹਿਮ ਨੁਕਤੇ ਨੇ ਕਿ ਜਿਹੜੇ ਬੰਦੇ ਨੂੰ ਇਨਡਿਸਾਈਸਿਵ ਜਾਂ ਕਰ ਦਿੰਦੇ ਨੇ ਤੇ ਜਾਂ ਡਿਸਾਈਸਿਵ ਬਣਾ ਦਿੰਦੇ ਨੇ। ਤੇ ਜਦੋਂ ਤੁਸੀਂ ਡਿਸਾਈਸਿਵ ਹੋ ਜਾਂਦੇ ਹੋ ਤੁਹਾਡੇ ਮੁਆਸ਼ਰੇ 'ਤੇ ਉਹਦਾ ਇੰਪੈਕਟ ਆਉਂਦਾ ਹੈ, ਤੁਹਾਡੇ ਮੁਲਕ ਤੁਹਾਡੀ ਕੌਮ ਦੀ ਇਹਦੇ ਵਿੱਚ ਹੀ ਫਲਾਹ ਹੈ।